हाँ जी, गुड मॉर्निंग स्टूडेंट्स। ਆਪਾਂ ਪਿਛਲੇ ਲੈਕਚਰ 'ਚ ਕੀਤੇ ਸੀ ਹਿਸਟਰੀ ਦੇ ਬੇਸਿਕਸ, ਵੀ ਬੇਸਿਕਸ ਹੁੰਦੇ ਕੀ ਨੇ ਹਿਸਟਰੀ ਦੇ, ਵੀ ਹਿਸਟਰੀ ਕਿੱਥੋਂ ਆਈ ਹੈ। ਮੈਂ ਤੁਹਾਨੂੰ ਦੱਸ ਕੇ ਗਈ ਸੀ ਹਿਸਟਰੀ ਯੂਨਾਨ ਵਾਲਿਆਂ ਨੇ ਲਿਖੀ ਸੀ ਪਹਿਲੀ ਵਾਰ, ਹੈ ਨਾ। ਅਤੇ ਉਹਦਾ ਫਾਦਰ ਕੌਣ ਸੀ ਹਿਸਟਰੀ ਦਾ? ਹੈਰੋਡੋਟਸ। ਮਤਲਬ ਇਹ ਚੀਜ਼ਾਂ ਮੈਂ ਤੁਹਾਨੂੰ ਪਿਛਲੇ ਚੈਪਟਰ 'ਚ ਆਪਣੇ ਦੱਸ ਕੇ ਗਈ ਸੀਗੀ ਵੀ ਮਾਨਵ ਕਿੱਥੋਂ ਆਇਆ, ਪਹਿਲਾ ਹਿਊਮਨ ਕੌਣ ਸੀ, ਹੋਮੋ ਇਰੈਕਟਸ ਯਾਦ ਆ ਗਿਆ ਹੋਣਾ ਮੈਨੂੰ ਲੱਗਦਾ ਤੁਹਾਨੂੰ, ਹੈ ਨਾ। ਸਾਰਾ ਕੁਛ ਵੀ ਇਹ ਚੀਜ਼ਾਂ ਮੈਂ ਤੁਹਾਡੇ ਨਾਲ ਡਿਸਕਸ ਕਰਕੇ ਗਈ ਸੀ। ਜੇ ਮਤਲਬ ਕਿ ਸਿੰਪਲ ਵਰਡਸ 'ਚ ਕਹਿ ਦਈਏ ਹਿਸਟਰੀ ਕੀ ਆ, ਹਿਸਟਰੀ ਹੈਗੀ ਹੈ ਮਤਲਬ ਕਿ ਜਿਹੜੇ ਲੋਕ ਇਤਿਹਾਸ ਪੜ੍ਹਦੇ ਆ ਨਾ ਉਹ ਇੱਕ ਦਿਨ ਇਤਿਹਾਸ ਜ਼ਰੂਰ ਰਚਦੇ ਨੇ, ਅਤੇ ਜਿਹੜੇ ਲੋਕ ਇਤਿਹਾਸ ਨਹੀਂ ਪੜ੍ਹਦੇ ਉਹ ਇੱਕ ਦਿਨ ਇਤਿਹਾਸ ਦੇ ਪੰਨਿਆਂ ਤੋਂ ਆਟੋਮੈਟਿਕਲੀ ਗਾਇਬ ਹੋ ਜਾਂਦੇ ਨੇ। ਠੀਕ ਹੈ ਨਾ। ਸਿੰਪਲ ਵਰਡਸ ਦੇ ਵਿੱਚ ਮਤਲਬ ਕਿ ਸਾਡਾ ਜਿਹੜਾ ਅੱਜ ਆ ਉਹ ਸਾਡਾ ਕੱਲ੍ਹ ਦਾ ਪਾਸਟ ਹੈ। ਜਿਵੇਂ ਅੱਜ ਮੈਂ ਲੈਕਚਰ ਦੇ ਕੇ ਗਈ ਹਾਂ, ਠੀਕ ਹੈ, ਤੁਸੀਂ ਕਹੋਗੇ ਕਿ ਮੈਡਮ ਕੱਲ੍ਹ ਆਏ ਸੀ ਲੈਕਚਰ ਦੇਣ, ਉਹ ਕੀ ਹੋ ਗਈ? ਹਿਸਟਰੀ ਹੋ ਗਈ, ਪਾਸਟ ਹੋ ਗਿਆ। ਠੀਕ ਹੈ। ਅੱਜ ਆਪਾਂ ਕਰਨੀ ਹੈ ਬੇਟਾ ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਦੀ ਸੱਭਿਅਤਾ। ਵੀ ਸਿੰਧੂ ਘਾਟੀ ਦੀ ਸੱਭਿਅਤਾ ਹੈ ਕੀ ਸੀ, ਇਹਦਾ ਟਾਈਮ ਪੀਰੀਅਡ ਕਦੋਂ ਤੋਂ ਸੀ? 2500 BC ਤੋਂ ਲੈ ਕੇ 1750 BC ਤੱਕ ਇਹਦਾ ਟਾਈਮ ਪੀਰੀਅਡ ਸੀ। ਜੇ ਹੁਣ ਗੱਲ ਆਪਾਂ ਸੌਖੇ ਤਰੀਕੇ ਨਾਲ ਕਰੀਏ, ਸਿੰਧੂ ਘਾਟੀ ਦੀ ਸੱਭਿਅਤਾ ਹੈ ਕੀ ਚੀਜ਼ ਸੀਗੀ? ਕਹਿੰਦੇ ਇੱਕ ਨਦੀ ਸੀਗੀ, ਇੱਕ ਨਦੀ ਬਹਿ ਰਹੀ ਹੈ, ਠੀਕ ਹੈ, ਨਦੀ ਹੈ ਸਿੰਧ ਨਦੀ ਹੈ, ਇਹ ਸਿੰਧ ਨਦੀ ਹੈ। ਸਿੰਧ ਨਦੀ ਦੇ ਆਸੇ ਪਾਸੇ ਆ ਕੇ ਵਸੋ, ਮਤਲਬ ਆਪਾਂ ਲੋਕ ਆ ਕੇ ਵਸਣੇ ਸਟਾਰਟ ਹੋ ਗਏ। ਜਦੋਂ ਆਪਾਂ ਵਸਣੇ ਸਟਾਰਟ ਹੋ ਗਏ, ਇਹ ਕੀ ਹੋ ਗਈ? ਆਪਣੇ ਨਾਲ ਹੀ ਸੱਭਿਅਤਾ ਹੈ ਨਾ, ਆਪਣੇ ਨਾਲ ਹੀ ਸੱਭਿਅਤਾ ਹੈ ਨਾ। ਇਹ ਕੀ ਹੈ? ਇੱਕ ਰੀਵਰ। ਹਮੇਸ਼ਾ ਅਸੀਂ ਜਿਹੜੇ ਆ ਪਾਣੀ ਦੇ ਨੇੜੇ ਤੇੜੇ ਹੀ ਜਾ ਕੇ ਵਸਦੇ ਹਾਂ। ਕਿਉਂ? ਕਿਉਂਕਿ ਜੀਣ ਲਈ ਪੀਣਾ ਬਹੁਤ ਜ਼ਰੂਰੀ ਹੈ। ਠੀਕ ਹੈ ਨਾ। ਇਹ ਕੀ ਹੋ ਗਈ? ਸਿੰਧੂ ਘਾਟੀ ਦੀ ਸੱਭਿਅਤਾ। ਬਿਲਕੁਲ ਸੌਖੇ ਤਰੀਕੇ ਨਾਲ ਇੱਕ ਸਿੰਧ ਰੀਵਰ ਸੀ ਜਿਹਦੇ ਆਸੇ ਪਾਸੇ ਆ ਕੇ ਪਾਣੀ ਨੂੰ ਦੇਖ ਕੇ ਲੋਕੀ ਉੱਥੇ ਵਸਣਾ ਸਟਾਰਟ ਹੋ ਗਏ ਅਤੇ ਉਹ ਬਣ ਗਈ ਸਿੰਧੂ ਘਾਟੀ ਦੀ ਸੱਭਿਅਤਾ। ਹੁਣ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਜਿਹੜੀ ਸਿੰਧ ਰੀਵਰ ਹੈ ਇਹ ਕਿੱਥੇ ਪਾਈ ਜਾਂਦੀ ਹੈ? ਇਹ ਅੱਜ ਵੀ ਹੈ? ਹਾਂ ਇਹ ਹੈ। ਇਹ ਪਾਕਿਸਤਾਨ 'ਚ ਹੈ, ਇਹ ਪਾਕਿਸਤਾਨ 'ਚ ਹੈ। ਪਰ ਜਦੋਂ ਆਪਣੇ 1947 ਤੋਂ ਪਹਿਲਾਂ ਇਹ ਆਪਣਾ ਹੀ ਪਾਰਟ ਸੀਗਾ ਪਾਕਿਸਤਾਨ। 1947 ਤੋਂ ਬਾਅਦ ਇਹ 2 ਪਾਰਟ ਹੋਏ ਨੇ ਇੰਡੀਆ ਦੇ, ਹੈ ਨਾ। ਅਤੇ ਆਹ ਜਿਹੜੀ ਸੱਭਿਅਤਾ ਆ ਅਤੇ ਇਹ ਸਿੰਧ ਨਦੀ ਦੇ ਆਲੇ ਦੁਆਲੇ ਜਦੋਂ ਪਣਪੀ, ਇਹਨੂੰ ਸਿੰਧੂ ਘਾਟੀ ਦੀ ਸੱਭਿਅਤਾ ਕਹਿ ਦਿੱਤਾ ਗਿਆ ਹੈ ਨਾ। ਅਤੇ ਹੁਣ ਜੇ ਆਪਾਂ ਜਾਣਨਾ ਹੋਵੇ ਹਰੇਕ ਚੀਜ਼ ਦਾ, ਦੇਖੋ ਆਪਾਂ ਹਿਸਟਰੀ ਵਾਲੇ ਹਾਂ, ਹਰੇਕ ਚੀਜ਼ ਦਾ ਪਹਿਲਾਂ ਪਾਸਟ ਜਾਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ। ਵੀ ਸਿੰਧ ਨਦੀ ਦਾ ਵੀ ਇੱਕ ਪਾਸਟ ਆ। ਕਹਿੰਦੇ ਜਦੋਂ ਵਪਾਰੀ ਆਉਂਦੇ ਸੀ ਨਾ, ਜਿਵੇਂ ਪਰਸ਼ੀਅਨ ਆਏ, ਯੂਨਾਨੀ ਆਏ, ਜਦੋਂ ਵਪਾਰੀ ਆਏ ਸਾਡੇ ਇੱਥੇ ਵਪਾਰ ਕਰਨ, ਅਤੇ ਉਹ ਸਿੰਧ ਨਦੀ ਦੇ ਆਲੇ ਦੁਆਲੇ ਮਤਲਬ ਕਿ ਦੇਖਦੇ ਸੀ, ਪੁਜਾਰੀ ਹੁੰਦੇ ਸੀਗੇ, ਅਤੇ ਉਹਨਾਂ ਨੂੰ ਪੁੱਛਦੇ ਸੀ ਭਾਈ ਇਹ ਰੀਵਰ ਦਾ ਨਾਂ ਕੀ ਹੈ। ਜਿਵੇਂ ਮਤਲਬ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਭਾਰਤ ਦਾ ਨਾਮ ਦੇਖੋ, 3 ਭਾਰਤ ਦੇ ਨਾਂ ਨੇ, ਹੈ ਨਾ। ਮਤਲਬ ਇੱਕ ਇਹਨੂੰ ਭਾਰਤ ਕਹਿੰਦੇ ਹਾਂ ਅਸੀਂ, ਹਿੰਦੁਸਤਾਨ ਕਹਿੰਦੇ ਹਾਂ ਇਹਨੂੰ, ਹਿੰਦੁਸਤਾਨ ਕਹਿੰਦੇ ਹਾਂ, ਹੈ ਨਾ, ਇੰਡੀਆ ਕਹਿੰਦੇ ਹਾਂ। ਵੀ ਇਹ ਨਾਮ 3 ਕਿਉਂ ਪਏ? ਅਮਰੀਕਾ ਦਾ ਨਾਮ ਅਮਰੀਕਾ ਹੀ ਕਿਉਂ ਹੈ ਇੰਗਲਿਸ਼ 'ਚ? ਠੀਕ ਹੈ ਨਾ। ਭੂਟਾਨ ਦਾ ਨਾਮ ਭੂਟਾਨ ਹੀ ਕਿਉਂ ਹੈ ਇੰਗਲਿਸ਼ 'ਚ? ਆਸਟ੍ਰੇਲੀਆ ਦਾ ਨਾਮ ਆਸਟ੍ਰੇਲੀਆ ਹੀ ਕਿਉਂ ਹੈ ਇੰਗਲਿਸ਼? ਸਾਡੇ 3 ਨਾਮ ਕਿਉਂ ਨੇ? ਠੀਕ ਹੈ। ਇਹਦੇ ਪਿੱਛੇ ਵੀ ਇੱਕ ਪਾਸਟ ਹੈ, ਸਿੰਧ ਨਦੀ ਨਾਲ ਜੁੜਿਆ ਹੋਇਆ। ਕਹਿੰਦੇ ਨੇ ਜਦੋਂ ਮਤਲਬ ਕਿ ਪਰਸ਼ੀਅਨਸ ਆਉਂਦੇ ਸੀ ਨਾ, ਮਤਲਬ ਕਿ ਵਪਾਰ ਕਰਨ ਸਾਡੇ ਇੰਡੀਆ ਦੇ ਵਿੱਚ, ਆ ਸਿੰਧ ਨਦੀ 'ਤੇ ਬੈਠ ਕੇ ਨਾ ਪੁਜਾਰੀ ਪੂਜਾ ਕਰਦੇ ਹੁੰਦੇ ਸੀ, ਕਿਉਂਕਿ ਅਸੀਂ ਕੁਦਰਤ ਦੀ ਪੂਜਾ ਬਹੁਤ ਕਰਦੇ ਸੀ। ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਦੇਖੋ ਇੰਨੇ ਕੁ ਵਿਕਸਿਤ ਸੀਗੇ। ਅੱਜ ਹੈ ਨਾ, ਜਿਵੇਂ ਅੱਜ ਦੀ ਨਗਰ ਯੋਜਨਾ ਆਪਣੀ ਬਣੀ ਹੋਈ ਹੈ ਨਾ, ਨਾਲੀਆਂ ਨੇ, ਗਲੀਆਂ ਨੇ, ਦੇਖੋ ਉਹ ਲੋਕ ਆਪਣੇ ਤੋਂ ਵੀ ਕਾਫੀ ਜ਼ਿਆਦਾ ਵਿਕਸਿਤ ਸੀ। ਸਾਨੂੰ ਤਾਂ ਹੁਣ ਸਾਡੇ ਮੋਦੀ ਜੀ ਬਾਰ-ਬਾਰ ਕਹਿ ਰਹੇ ਨੇ, ਹੈ ਨਾ, ਸਵੱਛ ਭਾਰਤ, ਹੈ ਨਾ, ਤੁਸੀਂ ਥੁੱਕੋ ਨਾ, ਹੈ ਨਾ, ਟੋਇਲਟਸ ਬਣਾਓ ਘਰਾਂ 'ਚ। ਦੇਖੋ ਇਹਨਾਂ ਦੇ ਆਲਰੇਡੀ ਟੋਇਲਟਸ ਇਹਨਾਂ ਨੇ ਬਣਾਏ ਹੋਏ ਸੀ। ਡੈਟ ਮੀਨਸ ਇਹ ਸੱਭਿਅਤਾ ਸਾਡੇ ਨਾਲੋਂ ਵੀ ਵਿਕਸਿਤ ਸੀਗੀ। ਸਾਨੂੰ ਤਾਂ ਬਾਰ-ਬਾਰ ਚੀਕਾਂ ਮਾਰ ਕੇ ਦੱਸਣਾ ਪੈਂਦਾ ਨਾ ਪੜ੍ਹੇ ਲਿਖਿਆਂ ਨੂੰ, ਇੱਥੇ ਨਹੀਂ ਥੁੱਕਣਾ, ਇੱਥੇ ਕਚਰਾ ਨਹੀਂ ਫੇਂਕਣਾ, ਹੈ ਨਾ। ਬਟ ਦੇਖੋ ਇਹ ਲੋਕ ਆਟੋਮੈਟਿਕ, ਇਹਨਾਂ ਦੇ ਆਪਣੇ ਡਸਟਬਿਨਸ ਰੱਖੇ ਹੋਏ ਸੀਗੇ, ਹੈ ਨਾ। ਅਤੇ ਇਹਨਾਂ ਦੀਆਂ ਜਿਹੜੀਆਂ ਨਾਲੀਆਂ ਸੀ ਬਿਲਕੁਲ ਸਾਫ਼ ਰਹਿੰਦੀਆਂ ਸੀ, ਢੱਕੀਆਂ ਰਹਿੰਦੀਆਂ ਸੀ। ਸਾਡੇ ਤਾਂ ਮਾੜਾ ਜਿਹਾ ਮੀਂਹ ਆ ਜਾਏ ਅਤੇ ਮਾਸ਼ਾ ਅੱਲਾ ਸਭ ਕੁਛ ਪਤਾ ਹੀ ਹੈ ਤੁਹਾਨੂੰ, ਹੈ ਨਾ, ਵੀ ਇੰਡੀਆ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੋਇਆ। ਚਲੋ ਆਪਾਂ ਇੱਧਰ ਆਉਂਦੇ ਹਾਂ ਵੀ ਸਾਡੇ ਇੰਡੀਆ ਦੇ 3 ਨਾਮ ਕਿਵੇਂ ਪਏ? ਭਾਰਤ। ਗੱਲ ਚੱਲਦੀ ਹੈ ਭਾਰਤ ਦੀ। ਕਹਿੰਦੇ ਕਾਲੀਦਾਸ ਦੀ ਇੱਕ ਰਚਨਾ ਹੈ ਸ਼ਕੁੰਤਲਾ। ਠੀਕ ਹੈ। ਪਹਿਲਾਂ ਮੈਂ ਭਾਰਤ ਦਾ ਇਤਿਹਾਸ ਦੱਸ ਦਿੰਦੀ ਵੀ ਸਾਡਾ ਭਾਰਤ ਦਾ ਨਾਮ ਭਾਰਤ ਕਿਉਂ ਪਿਆ। ਕਾਲੀਦਾਸ ਦੀ ਇੱਕ ਰਚਨਾ ਸ਼ਕੁੰਤਲਾ। ਸ਼ਕੁੰਤਲਾ ਦੇ ਵਿੱਚ ਮਤਲਬ ਕਿ ਦੁਸ਼ਯੰਤ ਅਤੇ ਸ਼ਕੁੰਤਲਾ ਦਾ ਜਿਹੜਾ ਬੇਟਾ ਸੀਗਾ ਭਾਰਤ, ਉਹਦੇ ਨਾਂ ਤੋਂ ਸਾਡੇ ਭਾਰਤ ਦਾ ਨਾਮ ਪਿਆ ਭਾਰਤ। ਹੁਣ ਜਦੋਂ ਪਰਸ਼ੀਅਨਸ ਆਉਂਦੇ ਸੀ, ਪਰਸ਼ੀਅਨ ਕਿਹੜੇ? ਈਰਾਨੀ। ਠੀਕ ਹੈ ਨਾ। ਈਰਾਨ ਦਾ ਪੁਰਾਣਾ ਨਾਂ ਕੀ ਸੀ? ਪਰਸ਼ੀਆ। ਹੁਣ ਜਦੋਂ ਪਰਸ਼ੀਅਨਸ ਆਉਂਦੇ ਸੀ ਸਾਡੇ ਇੰਡੀਆ ਦੇ ਵਿੱਚ ਵਪਾਰ ਕਰਨ, ਅਤੇ ਉਹ ਸਿੰਧ ਨਦੀ ਦੇ ਉੱਤੇ ਮਤਲਬ ਕਿ ਜਦੋਂ ਪੁਜਾਰੀ ਜਿਹੜੀ ਪੂਜਾ ਕਰਦੇ ਹੁੰਦੇ ਸੀਗੀ ਕੁਦਰਤ ਦੀ, ਉਹਨਾਂ ਤੋਂ ਪੁੱਛਦੇ ਸੀਗੇ ਕਿ ਇਸ ਨਦੀ ਦਾ ਨਾਂ ਕੀ ਹੈ, ਇਸ ਰੀਵਰ ਦਾ ਨਾਂ ਕੀ ਹੈ। ਅਤੇ ਜਦੋਂ ਪੁਜਾਰੀ ਕਹਿੰਦੇ ਸੀ ਸਿੰਧੂ ਮਾਤਾ, ਉਹਨਾਂ ਨੂੰ ਸੁਣਦਾ ਸੀ ਹਿੰਦੂ।
ਪਰ ਲੈਂਗੁਏਜ ਪ੍ਰੋਬਲਮ ਸੀਗੀ, ਸੁਣਦਾ ਨਹੀਂ, ਲੈਂਗੁਏਜ ਪ੍ਰੋਬਲਮ ਸੀ ਉਹਨਾਂ ਦੀ, ਅਤੇ ਉਹਨਾਂ ਨੂੰ ਉਹ ਸਿੰਧੂ ਨਹੀਂ ਕਹਿਣਾ ਆਉਂਦਾ ਸੀ, ਉਹ ਹਿੰਦੂ ਹਿੰਦੂ ਕਹਿਣ ਲੱਗ ਗਏ। ਉੱਥੋਂ ਹੀ ਸਾਡੇ ਦੇਸ਼ ਦਾ ਨਾਂ ਹਿੰਦੁਸਤਾਨ ਪੈ ਗਿਆ। ਇੰਡੀਆ, ਗਰੀਸ ਵਾਲੇ ਆਏ, ਉਹਨਾਂ ਦੀ ਵੀ ਟੰਗ ਪ੍ਰੋਬਲਮ, ਲੈਂਗੁਏਜ ਪ੍ਰੋਬਲਮ, ਉਹ ਸਿੰਧੂ ਨੂੰ ਇੰਡੋ ਇੰਡੋ ਕਹਿਣ ਲੱਗ ਗਏ। ਇਹਨੂੰ ਹਿੰਦੂ, ਇਹ ਹਿੰਦੂ ਕਹਿੰਦੇ ਸੀ ਪਰਸ਼ੀਅਨ, ਉਹਨਾਂ ਨੂੰ ਹਿੰਦੂ ਤਾਂ ਕਹਿਣਾ ਨਹੀਂ ਆਇਆ, ਉਹ ਇੰਡੋ ਇੰਡੋ ਕਹਿਣ ਲੱਗ ਗਏ ਇਹਨੂੰ। ਇੰਡੋ ਤੋਂ ਜਦੋਂ ਬ੍ਰਿਟਿਸ਼ਰਸ ਆਏ, ਉਹਨਾਂ ਨੇ ਇਹਨੂੰ ਥੋੜ੍ਹਾ ਮੋਡੀਫਾਈ ਕਰਤਾ ਇੰਡੋ ਨੂੰ, ਇਹਦਾ ਨਾਂ ਕੀ ਪੈ ਗਿਆ? ਇੰਡੀਆ। ਠੀਕ ਹੈ, ਸਮਝ ਆਈ? ਸਾਡੇ ਇੰਡੀਆ ਦੇ 3 ਨਾਮ ਕਿਵੇਂ ਪਏ? ਦੇਖੋ, ਜਿਹੜਾ ਇੰਡੋ ਹੈ ਉਹ ਸਾਨੂੰ ਦਿੱਤਾ ਯੂਨਾਨੀਆਂ ਨੇ, ਠੀਕ ਹੈ। ਹਿੰਦੁਸਤਾਨ ਦਿੱਤਾ ਸਾਨੂੰ, ਹਿੰਦੂ ਹਿੰਦੂ ਕਹਿੰਦੇ ਸੀ, ਲੈਂਗੁਏਜ ਪ੍ਰੋਬਲਮ ਸੀ ਪਰਸ਼ੀਅਨਸ ਦੀ, ਉਹ ਇੱਥੋਂ ਪੈ ਗਿਆ ਹਿੰਦੁਸਤਾਨ। ਠੀਕ ਹੈ, ਬ੍ਰਿਟਿਸ਼ਰਸ ਆਏ ਨੇ, ਇੰਡੋ ਨੂੰ ਉਹਨਾਂ ਨੇ ਥੋੜ੍ਹਾ ਜਿਹਾ ਮੋਡੀਫਾਈ ਕੀਤਾ ਅਤੇ ਇਹਦਾ ਨਾਮ ਕੀ ਪੈ ਗਿਆ? ਇੰਡੀਆ। ਓਕੇ, ਕਲੀਅਰ ਹੈ ਬੇਟਾ? ਚਲੋ ਹੁਣ ਅੱਗੇ ਚੱਲਦੇ ਹਾਂ। ਆਪਣਾ ਮੇਨ ਟੌਪਿਕ ਹੈ ਇੰਡਸ ਵੈਲੀ ਸਿਵਲਾਈਜੇਸ਼ਨ, ਹੈ ਨਾ। ਮੈਂ ਤੁਹਾਨੂੰ ਪਹਿਲਾਂ ਹੀ ਆਪਣੇ ਬੇਸਿਕ 'ਚ ਦੱਸ ਚੁੱਕੀ ਹਾਂ ਕਿ ਸਾਡੀਆਂ 4 ਪ੍ਰਮੁੱਖ ਸੱਭਿਅਤਾਵਾਂ ਸੀਗੀਆਂ ਸਾਡੇ ਵਿਸ਼ਵ ਦੇ ਵਿੱਚ। ਪਹਿਲੀ ਸੱਭਿਅਤਾ ਸੀ ਮੈਸੋਪੋਟਾਮੀਆ ਦੀ ਸੱਭਿਅਤਾ, ਹੈ ਨਾ। ਮੈਸੋਪੋਟਾਮੀਆ ਦੀ ਸੱਭਿਅਤਾ ਕਿਹੜੀਆਂ ਨਦੀਆਂ 'ਤੇ ਫੈਲੀ ਹੋਈ ਸੀਗੀ? ਦਜਲਾ ਅਤੇ ਫਿਰਾਤ ਨਦੀ। ਦੂਜੀ ਸੀ ਚਾਈਨਾ ਦੀ ਸੱਭਿਅਤਾ। ਚਾਈਨਾ ਦੀ ਸੱਭਿਅਤਾ ਮੈਂ ਤੁਹਾਨੂੰ ਦੱਸਿਆ ਯੈਲੋ ਰਿਵਰ 'ਤੇ ਫੈਲੀ ਸੀਗੀ। ਯੈਲੋ ਰਿਵਰ ਨੂੰ ਚਾਈਨਾ ਦੇ ਵਿੱਚ ਮਨਹੂਸ ਮੰਨਿਆ ਜਾਂਦਾ, ਜਿਵੇਂ ਬਿਹਾਰ ਦੇ ਵਿੱਚ ਕੋਸੀ ਨਦੀ ਹੈ, ਉੜੀਸਾ ਦੇ ਵਿੱਚ ਹੈ ਜਿਹੜੀ ਬ੍ਰਾਹਮਣੀ ਨਦੀ ਹੈ ਨਾ, ਅਤੇ ਬੰਗਾਲ ਦੇ ਵਿੱਚ ਜਿਹੜੀ ਹੁਗਲੀ ਨਦੀ, ਪਤਾ ਹੀ ਨਹੀਂ ਚੱਲਦਾ ਕਦੋਂ ਆਪਣਾ ਰਾਹ ਬਦਲ ਲੈਣ ਇਹ ਨਦੀਆਂ, ਹੈ ਨਾ, ਅਤੇ ਤਬਾਹੀ ਮਚਾ ਦਿੰਦੀਆਂ ਨੇ। ਮੂਡ 'ਤੇ ਡਿਪੈਂਡ ਹੈ ਇਹਨਾਂ ਨਦੀਆਂ 'ਤੇ, ਵੀ ਜਾਂਦੇ ਜਾਂਦੇ ਆਪਣਾ ਰਾਹ ਬਦਲ ਦਿੰਦੀਆਂ ਨੇ, ਇਸ ਲਈ ਇਹਨਾਂ ਨੂੰ ਮਨਹੂਸ ਨਦੀ ਕਿਹਾ ਜਾਂਦਾ, ਕਿਉਂਕਿ ਸਭ ਕੁਛ ਹੀ ਤਬਾਹ ਕਰ ਜਾਂਦੀਆਂ ਨੇ ਜਾਂਦੇ ਜਾਂਦੇ। ਅਤੇ ਅਗਲੀ ਸੱਭਿਅਤਾ ਸੀ ਸਾਡੀ ਇਜਿਪਟ ਦੀ ਸੱਭਿਅਤਾ, ਮਿਸਰ ਦੀ ਸੱਭਿਅਤਾ। ਉਹ ਮੈਂ ਤੁਹਾਨੂੰ ਦੱਸਿਆ ਸੀ ਨੀਲ ਨਦੀ ਦੇ ਉੱਤੇ ਵਿਕਸਿਤ ਹੋਈ ਸੀਗੀ, ਹੈ ਨਾ। ਨੀਲ ਨਦੀ ਦੇ ਉੱਤੇ ਦੇਖੋ, ਪਹਿਲੀ ਵਾਰ ਹੈਰੋਡੋਟਸ ਨੂੰ ਆਪਾਂ ਜੇ ਹਿਸਟਰੀ ਦਾ ਪਿਤਾਮਾ ਕਹਿੰਦੇ ਹਾਂ, ਮੈਂ ਤੁਹਾਨੂੰ ਦੱਸਿਆ ਸੀ ਪਹਿਲੀ ਵਾਰ ਉਹਨੇ ਨੀਲ ਨਦੀ ਦੇ ਉੱਤੇ ਡੈਲਟਾ ਦੇਖਿਆ, ਇਸ ਲਈ ਉਹਨੂੰ ਡੈਲਟਾ ਦਾ ਫਾਦਰ ਵੀ ਕਹਿੰਦੇ ਆ। ਡੈਲਟਾ ਮੈਂ ਤੁਹਾਨੂੰ ਪਿਛਲੀ ਵਾਰ ਦੱਸ ਹੀ ਚੁੱਕੀ ਸੀ, ਜਦੋਂ ਨਦੀ ਜਾ ਰਹੀ ਹੈ ਉਹਦੀ ਸਪੀਡ ਸਲੋ ਹੁੰਦੀ, ਉਹਦੇ ਨਾਲ ਕੰਕਰ ਪੱਥਰ ਵੀ ਆ ਰਹੇ ਨੇ। ਜਦੋਂ ਉਹਦੀ ਸਪੀਡ ਹੈ ਜਿਹੜੀ ਸਲੋ ਹੁੰਦੀ ਜਾਂਦੀ ਹੈ, ਠੀਕ ਹੈ, ਉਹ ਮਤਲਬ ਕਿ ਇੱਥੇ ਕੰਕਰ ਪੱਥਰ ਜਮ੍ਹਾਂ ਹੁੰਦੇ ਗਏ, ਇੱਥੇ ਰਾਹ ਬਲੋਕ ਹੋ ਗਿਆ, ਨਦੀ ਨੇ ਆਪਣਾ ਰਾਹ ਆਪਣੇ ਆਪ ਹੀ ਲੱਭ ਲੈਣਾ। ਨਦੀ ਨੇ ਆਪਣਾ ਰਾਹ ਆਪਣੇ ਆਪ ਹੀ ਲੱਭ ਲੈਣਾ। ਜਦੋਂ ਆਪਣਾ ਰਾਹ ਆਪ ਲੱਭ ਲੈਂਦੀ, ਜਿਹੜੀ ਆਹ ਵਾਲੀ ਚੀਜ਼ ਹੈ, ਆਹ ਵਾਲੀ ਸ਼ੇਪ ਆ, ਇਹਨੂੰ ਕਿਹਾ ਜਾਂਦਾ ਡੈਲਟਾ। ਪਹਿਲੀ ਵਾਰ ਉਹਨੇ ਨੀਲ ਨਦੀ ਦੇ ਉੱਤੇ ਹੈਰੋਡੋਟਸ ਨੇ ਡੈਲਟਾ ਦੇਖਿਆ ਸੀ। ਉਹ ਡੈਲਟਾ ਕਿਵੇਂ ਸੀ? ਟਰਾਇੰਗਲ ਸ਼ੇਪ 'ਚ, ਠੀਕ ਹੈ ਨਾ, ਇਹ ਚੀਜ਼ ਹੈ। ਅਤੇ ਵਿਸ਼ਵ ਦੀ ਸਭ ਤੋਂ ਲੰਬੀ ਨਦੀ ਹੈ ਨੀਲ ਨਦੀ, ਠੀਕ ਹੈ। ਦੂਜੇ ਨੰਬਰ 'ਤੇ ਇਜਿਪਟ ਨਾਲ ਰਿਲੇਟਿਡ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਦੀ ਹਾਂ ਕਿ ਇਜਿਪਟ ਦੇ ਪਿਰਾਮਿਡਸ ਨੇ ਜਿਹੜੇ ਬੜੇ ਫੇਮਸ ਨੇ। ਇੱਕ ਗੀਜ਼ਾ ਦਾ ਪਿਰਾਮਿਡਸ ਹੈ, ਉੱਥੇ ਗ੍ਰੈਵਿਟੀ ਹੀ ਨਹੀਂ ਹੈਗੀ ਉਹਦੇ ਅੰਦਰ। ਕਹਿੰਦੇ ਉੱਥੇ ਦਾ ਜਿਹੜਾ ਕਿੰਗ ਹੈ ਨਾ, ਜਦੋਂ ਮਰ ਜਾਂਦੇ ਸੀ ਇਜਿਪਟ ਦੀ ਸੱਭਿਅਤਾ ਦੇ ਵਿੱਚ ਇਹ ਦੱਸਿਆ ਗਿਆ, ਫੇਰਾਓ ਕਹਿੰਦੇ ਸੀ ਉਹਨਾਂ ਦੇ ਕਿੰਗ ਨੂੰ। ਜਦੋਂ ਉਹਨਾਂ ਦਾ ਕਿੰਗ ਮਰ ਜਾਂਦਾ ਸੀਗਾ, ਉਹਨੂੰ ਨਾ ਤਾਂ ਕੱਟਦੇ ਸੀ, ਨਾ ਜਲਾਉਂਦੇ ਸੀ, ਨਾ ਦਫਨਾਉਂਦੇ ਸੀ। ਉਹਨਾਂ ਦਾ ਨਾ ਇੱਕ ਕਹਿ ਲਓ ਵੀ ਫਿਲੋਸਫੀ ਸੀ ਉਹਨਾਂ ਲੋਕਾਂ ਦੀ, ਕਿ ਜੇ ਇਸ ਬੋਡੀ ਨੂੰ ਮਤਲਬ ਕਿ ਦਵਾਈਆਂ ਲਗਾ ਕੇ ਲਪੇਟ ਦਿੱਤਾ ਜਾਵੇ, ਜਿਹੜੀ ਇਹਦੀ ਆਤਮਾ ਹੈ ਆਪਣੇ ਆਪ ਵਾਪਸ ਆ ਜਾਂਦੀ ਹੈ ਥੋੜ੍ਹੇ ਸਾਲਾਂ ਬਾਅਦ, ਇਹਦੇ 'ਚ ਫਿਰ ਜ਼ਿੰਦਾ ਹੋ ਜਾਂਦਾ ਆ, ਹੈ ਨਾ। ਜਿਹੜਾ ਬੁੱਤ ਹੈ ਸਾਡਾ, ਜਿਹੜਾ ਸਰੀਰ ਹੈ, ਦੁਬਾਰਾ ਜ਼ਿੰਦਾ ਹੋ ਜਾਂਦਾ ਆ, ਹੈ ਨਾ। ਕਹਿੰਦੇ ਜਿਹੜੇ ਮਤਲਬ ਕਿ ਉੱਥੇ ਜਦੋਂ ਰਾਜਾ ਕੋਈ ਮਰ ਜਾਂਦਾ ਸੀ, ਉਹਦੇ ਨਾਲ ਹੀ ਸੰਤਰੀਆਂ ਨੂੰ ਮਾਰ ਦਿੱਤਾ ਜਾਂਦਾ ਸੀ 2-4 ਨੂੰ, ਤਾਂ ਕਿ ਰਾਜੇ ਦੀ ਕੇਅਰ ਕਰ ਸਕਣ। ਉਹਨਾਂ ਨੂੰ ਦਵਾਈਆਂ ਨਾਲ, ਦੇਖੋ ਤੁਸੀਂ ਦੇਖੀ ਹੋਣੀ ਇੱਕ ਮੂਵੀ ਮੰਮੀ, ਹੈ ਨਾ, ਕਿਵੇਂ ਪੱਟੀਆਂ ਲਪੇਟੀਆਂ ਹੁੰਦੀਆਂ ਨੇ। ਉਹਨਾਂ ਦੀ ਸੱਭਿਅਤਾ ਦੀ ਮਾਨਤਾ ਸੀਗੀ ਕਿ ਸਾਡਾ ਰਾਜਾ ਮਰਿਆ ਨਹੀਂ, ਸਾਡਾ ਰਾਜਾ ਫਿਰ ਜ਼ਿੰਦਾ ਹੋਊਗਾ। ਪਿਰਾਮਿਡ ਸੀਗੇ, ਉਹਨਾਂ ਦੀ ਕਬਰ ਨੂੰ ਪਿਰਾਮਿਡਸ ਕਿਹਾ ਜਾਂਦਾ ਸੀ। ਦੇਖੋ, ਇੱਕ ਗੀਜ਼ਾ ਦੀ ਪਿਰਾਮਿਡਸ ਆ ਉੱਥੇ ਇਜਿਪਟ ਦੇ ਵਿੱਚ, ਜਿਹਦੇ ਵਿੱਚ ਮਤਲਬ ਕਿ ਜੇ ਬੰਦਾ ਕੋਈ ਜਾਂਦਾ, ਉਹ ਆਪਣੇ ਆਪ ਹੀ ਉੱਡਣਾ ਸਟਾਰਟ ਹੋ ਜਾਂਦਾ। ਜਦੋਂ ਦੇਖੋ ਤੁਸੀਂ ਵਿੱਚ ਉਹਦੇ ਵੜੇ ਹੋ, ਆਪਣੇ ਆਪ ਉੱਡਣਾ ਤੁਹਾਡਾ ਦਿਲ ਆਪਣੇ ਆਪ ਸਟੱਕ ਹੋ ਜਾਊਗਾ, ਮਤਲਬ ਕਿ ਤੁਸੀਂ ਆਪਣੇ ਆਪ ਡਰ ਜਾਓਗੇ ਕਿਤੇ ਨਾ ਕਿਤੇ, ਹੈ ਨਾ। ਦਹਿਸ਼ਤ ਵਾਲਾ ਮਾਹੌਲ, ਆਪਣੇ ਆਪ ਹੀ ਮੌਤ ਹੋ ਜਾਂਦੀ ਹੈ। ਕਹਿੰਦੇ ਜਿਹੜਾ ਉਸ ਪਿਰਾਮਿਡਸ ਦੇ ਵਿੱਚ ਗਿਆ ਹਾਲੇ ਤੱਕ ਕਦੇ ਜ਼ਿੰਦਾ ਨਹੀਂ ਆਇਆ। ਅੱਛਾ, ਉੱਥੇ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ, ਕੋਈ ਵੀ ਮਸ਼ੀਨ ਅੰਦਰ ਜਾਂਦੀ ਹੈ, ਆਪਣੇ ਆਪ ਹੀ ਖਰਾਬ ਹੋ ਜਾਂਦੀ ਆ, ਹੈ ਨਾ। ਇਹ ਵੀ ਮਿਥਸ ਨੇ, ਦੇਖੋ ਇਹ ਵੀ ਚੀਜ਼ਾਂ ਨੇ, ਹੈ ਨਾ। ਸਾਡਾ ਇਤਿਹਾਸ ਬਹੁਤ ਵਿਸ਼ਾਲ ਹੈ, ਜਿੰਨਾ ਜਾਣਨਾ ਮਤਲਬ ਕਿ ਕੋਸ਼ਿਸ਼ ਕਰਦੇ ਹਾਂ, ਓਨੀ ਗੱਲ ਫਿਰ ਅੱਗੋਂ ਹੋਰ ਕੁਛ ਨਿਕਲ ਆਉਂਦਾ। ਹੁਣ ਅੱਜ ਦੀ ਆਪਣੀ ਸੱਭਿਅਤਾ ਦੇਖੋ, ਆਪਾਂ 3 ਸੱਭਿਅਤਾ ਮੈਂ ਤੁਹਾਨੂੰ ਦੱਸੀਆਂ, ਠੀਕ ਹੈ। ਸਾਡੇ ਵਿਸ਼ਵ ਦੇ ਵਿੱਚ 4 ਸੱਭਿਅਤਾਵਾਂ ਪ੍ਰਮੁੱਖ ਨੇ। ਫਸਟ ਸੱਭਿਅਤਾ ਮੈਂ ਤੁਹਾਨੂੰ ਕਿਹਾ ਮੈਸੋਪੋਟਾਮੀਆ ਦੀ ਸੱਭਿਅਤਾ, ਦੂਜੀ ਹੈ ਚਾਈਨਾ ਦੀ ਸੱਭਿਅਤਾ, ਤੀਜੀ ਹੈ ਇਜਿਪਟ ਦੀ ਸੱਭਿਅਤਾ, ਚੌਥੀ ਜਿਹੜੀ ਸੱਭਿਅਤਾ ਅੱਜ ਆਪਾਂ ਕਰਦੇ ਹਾਂ, ਕਿਉਂਕਿ ਇਹ ਸਾਡੇ ਸਿਲੇਬਸ ਦਾ ਪਾਰਟ ਹੈ, ਇੰਡਸ ਵੈਲੀ ਸਿਵਲਾਈਜੇਸ਼ਨ।
ਸਿਵਲਾਈਜੇਸ਼ਨ, ਸਿੰਧੂ ਘਾਟੀ ਦੀ ਸੱਭਿਅਤਾ। ਮੈਂ ਤੁਹਾਨੂੰ ਦੱਸਿਆ ਵੀ ਸਿੰਧ ਨਦੀ ਇੱਕ ਬਹਿੰਦੀ ਸੀ, ਉਹਦੇ ਆਲੇ ਦੁਆਲੇ ਜਦੋਂ ਵਸੋਂ ਆ ਕੇ ਵਸਣ ਲੱਗ ਗਈ, ਉਸ ਸੱਭਿਅਤਾ ਨੂੰ ਕੀ ਕਿਹਾ ਜਾਣ ਲੱਗ ਗਿਆ? ਸਿੰਧੂ ਘਾਟੀ ਦੀ ਸੱਭਿਅਤਾ। ਹੁਣ ਗੱਲ ਚੱਲਦੀ ਹੈ ਵੀ ਇਹ ਸਿੰਧੂ ਘਾਟੀ ਦੀ ਸੱਭਿਅਤਾ ਕਿੱਥੋਂ ਸਟਾਰਟ ਹੋਈ, ਕਿੱਥੇ ਪਾਈ ਗਈ। ਦੇਖੋ ਮੈਂ ਇਹ ਪਹਿਲਾਂ ਤੋਂ ਹੀ ਤੁਹਾਡੇ ਲਈ ਚਾਰਟ ਬਣਾ ਕੇ ਰੱਖਿਆ। ਦੇਖੋ ਆਹ ਕੀ ਆਪਣਾ ਇੰਡੀਆ ਦਾ ਮਤਲਬ ਕਿ ਜੇ ਆਪਾਂ ਮੈਪ ਸਿਸਟਮ ਲਈਏ, ਇਹ ਨੌਰਥ ਹੈ, ਇਹ ਸਾਊਥ, ਇਹ ਵੈਸਟ, ਇਹ ਈਸਟ। ਠੀਕ ਹੈ, ਨੌਰਥ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ ਰਾਜ ਪੈਂਦਾ ਮਾਂਡਾ, ਉੱਥੋਂ ਲੈ ਕੇ ਸਾਊਥ ਵਿੱਚ, ਨੌਰਥ ਉੱਤੋਂ ਲੈ ਕੇ ਹੇਠਾਂ ਸਾਊਥ ਵਿੱਚ ਆ ਕੇ ਦੈਮਾਬਾਦ ਜਿਹੜਾ ਮਹਾਰਾਸ਼ਟਰ ਦੇ ਵਿੱਚ ਪੈਂਦਾ, ਉੱਥੇ ਤੱਕ ਇਹ ਸੱਭਿਅਤਾ ਦੇ ਅਵਸ਼ੇਸ਼ ਪਾਏ ਗਏ। ਕਲੀਅਰ ਹੋਇਆ? ਦੇਖੋ ਆਪਣਾ ਇਹ ਮੈਪ ਹੈ, ਮੈਪ ਦੇ ਵਿੱਚ ਇਹ ਨੌਰਥ ਹੁੰਦਾ, ਇਹ ਵੈਸਟ ਇਹ ਸਾਊਥ ਹੁੰਦਾ, ਇਹ ਵੈਸਟ ਹੁੰਦਾ, ਇਹ ਈਸਟ ਹੁੰਦਾ। ਠੀਕ ਹੈ, ਮਾਂਡਾ ਦੇਖੋ ਤੁਸੀਂ BA ਫਸਟ ਈਅਰ ਦੇ ਸਟੂਡੈਂਟਸ ਹੋ ਰਾਜੇ, ਇਸ ਲਈ ਮੈਂ ਤੁਹਾਨੂੰ ਬੜੇ ਹੀ ਸੌਖੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ। ਠੀਕ ਹੈ, ਜਿੱਥੇ ਨਾ ਸਮਝ ਆਵੇ ਤੁਸੀਂ ਮੈਨੂੰ ਦੁਬਾਰਾ ਕਮੈਂਟ ਕਰਕੇ ਪੁੱਛ ਸਕਦੇ ਹੋ। ਠੀਕ ਹੈ, ਹੁਣ ਹੋ ਗਿਆ ਨੌਰਥ ਤੋਂ ਸਾਊਥ। ਦੇਖੋ ਨੌਰਥ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੱਕ ਰਾਜ ਹੈ ਮਾਂਡਾ, ਮਾਂਡਾ ਤੋਂ ਲੈ ਕੇ ਦੈਮਾਬਾਦ ਮਹਾਰਾਸ਼ਟਰ ਦੇ ਵਿੱਚ ਰਾਜ ਹੈ, ਦੈਮਾਬਾਦ ਤੱਕ ਜਿਹੜੀ ਇਹ ਸੱਭਿਅਤਾ ਆ ਫੈਲੀ ਹੋਈ ਸੀ ਇੰਡੀਆ ਦੇ ਵਿੱਚ। ਪਹਿਲਾਂ ਮੈਂ ਦੱਸੂਗੀ ਹੋਰ ਕਿੱਥੇ ਕਿੱਥੇ ਸੀ। ਪਹਿਲੇ ਨੰਬਰ 'ਤੇ ਬਸ ਆਹ ਚੀਜ਼ ਹੈ, ਪਹਿਲਾਂ ਤੁਸੀਂ ਇਹਨੂੰ ਆਪਣੇ ਦਿਮਾਗ 'ਚ ਬਿਠਾਓ ਤਾਂ ਅੱਗੇ ਚੱਲਣਾ ਆਪਣੇ ਲਈ ਆਸਾਨ ਹੋ ਜਾਊਗਾ, ਹੈ ਨਾ, ਰਾਹ ਆਪਣਾ ਮਿੱਥਣਾ ਸਾਡੇ ਲਈ ਆਸਾਨ ਹੋ ਜਾਊਗਾ। ਠੀਕ ਹੈ, ਦੈਮਾਬਾਦ ਤੱਕ ਫੈਲੀ ਹੋਈ ਸੀ, ਨੌਰਥ ਤੋਂ ਲੈ ਕੇ ਸਾਊਥ ਤੱਕ। ਦੇਖੋ ਸਾਊਥ ਦੇ ਵਿੱਚ ਨਾ ਤਾਂ ਕੇਰਲਾ 'ਚ ਮਿਲੇ ਨੇ ਇਹਦੇ ਅਵਸ਼ੇਸ਼, ਨਾ ਹੀ ਕੋਈ ਗੋਆ 'ਚ ਮਿਲੇ ਆ। ਠੀਕ ਹੈ, ਓਕੇ। ਅਤੇ ਹੁਣ ਦੇਖੋ ਵੈਸਟ ਬਲੋਚਿਸਤਾਨ। ਠੀਕ ਹੈ, ਬਲੋਚਿਸਤਾਨ ਪਾਕਿਸਤਾਨ ਦਾ ਹਿੱਸਾ। ਬਲੋਚਿਸਤਾਨ ਉਹ ਹੈ ਜਿਹੜਾ ਅੱਜ ਵੀ ਪਾਕਿਸਤਾਨ ਤੋਂ ਗੁਹਾਰ ਲਗਾਉਂਦਾ ਕਿ ਮੈਨੂੰ ਆਜ਼ਾਦ ਕਰ ਦਿੱਤਾ ਜਾਵੇ, ਬਟ ਪਾਕਿਸਤਾਨ ਹਾਲੇ ਵੀ ਉਹਨੂੰ ਆਜ਼ਾਦ ਨਹੀਂ ਕਰਦਾ। ਉੱਥੇ ਇੱਕ ਜਗ੍ਹਾ ਹੈ ਸੁਤਕਾ ਗੈਂਡੋਰ, ਉੱਥੋਂ ਲੈ ਕੇ ਵੈਸਟ ਤੋਂ ਲੈ ਕੇ ਈਸਟ ਆਲਮਗੀਰ UP ਦੇ ਵਿੱਚ ਮੇਰਠ ਪੈਂਦਾ, ਉੱਥੇ ਤੱਕ ਇਹ ਜਿਹੜੀ ਸੱਭਿਅਤਾ ਆ ਉਹ ਫੈਲੀ ਹੋਈ ਆ। ਠੀਕ ਹੈ, ਕਲੀਅਰ ਹੋ ਗਿਆ? ਨੌਰਥ ਤੋਂ ਲੈ ਕੇ ਸਾਊਥ, ਠੀਕ ਹੈ, ਨੌਰਥ ਜੰਮੂ ਐਂਡ ਕਸ਼ਮੀਰ ਤੋਂ ਲੈ ਕੇ ਮਹਾਰਾਸ਼ਟਰ ਤੱਕ ਇਹ ਸੱਭਿਅਤਾ ਫੈਲੀ ਹੋਈ ਹੈ। ਵੈਸਟ ਬਲੋਚਿਸਤਾਨ ਤੋਂ ਲੈ ਕੇ, ਠੀਕ ਹੈ, ਜਿਹੜਾ ਪਾਕਿਸਤਾਨ ਦਾ ਹਿੱਸਾ ਆ, ਈਸਟ ਹੈ ਜਿਹੜਾ ਇਹ ਆਲਮਗੀਰ ਮੇਰਠ ਤੱਕ ਫੈਲੀ ਹੋਈ ਹੈ, UP ਤੱਕ ਇਹ ਫੈਲੀ ਹੋਈ ਹੈ ਸੱਭਿਅਤਾ। ਕਲੀਅਰ ਹੋ ਗਿਆ? ਹੁਣ ਅਸੀਂ ਜਾਣਨ ਦੀ ਕੋਸ਼ਿਸ਼ ਇਹ ਕਰਨੀ ਹੈ ਇਹ ਕਿਹੜੀਆਂ ਕੰਟਰੀਜ਼ ਦੇ ਵਿੱਚ ਹੈ ਜਿਹੜੀ ਸਾਨੂੰ ਸੱਭਿਅਤਾ ਇਹ ਮਿਲੀ ਹੈ। ਪਹਿਲੇ ਨੰਬਰ 'ਤੇ ਅਫਗਾਨਿਸਤਾਨ ਵਿੱਚ ਮਿਲੀ ਹੈ, ਉੱਥੇ 2 ਸਾਈਟਸ ਮਿਲੀਆਂ ਨੇ। ਉੱਥੋਂ ਵੀ ਪਤਾ ਚੱਲਿਆ ਸਾਨੂੰ ਕਿ ਇਹ ਜਿਹੜੀ ਸੱਭਿਅਤਾ ਆ ਅਫਗਾਨਿਸਤਾਨ ਦੇ ਵਿੱਚ ਵੀ ਸੀਗੀ, 2 ਸਾਈਟਸ ਮਿਲੀਆਂ ਨੇ। ਪਾਕਿਸਤਾਨ ਦੇ ਵਿੱਚ 475 ਸਾਈਟਸ ਮਿਲੀਆਂ ਨੇ। ਦੇਖੋ ਜਦੋਂ ਤੁਸੀਂ ਕੋਈ ਟੈਸਟ ਦੇਣ ਜਾਂਦੇ ਹੋ ਨਾ, ਮੰਨ ਲਓ ਤੁਸੀਂ B.Ed ਕਿਆ ਕਰਨੀ ਹੈ ਅੱਗੋਂ ਜਾ ਕੇ, ਹੈ ਨਾ, ਉਹਦਾ ਟੈਟ ਦਾ ਪੇਪਰ ਦੇਣਾ, ਉਹਦੇ 'ਚ ਇਸੇ ਲੈਵਲ ਦੇ ਕੁਐਸਚਨ ਆ ਰਹੇ ਹੁੰਦੇ ਨੇ ਰਾਜੇ। ਠੀਕ ਹੈ, ਫਿਰ ਉਸ ਤੋਂ ਬਾਅਦ ਤੀਜਾ ਹੈਗਾ ਇੰਡੀਆ। ਇੰਡੀਆ ਦੇ ਵਿੱਚ 925 ਜਿਹੜੀਆਂ ਨੇ ਸਾਈਟਸ ਮਿਲੀਆਂ ਨੇ। ਸਾਈਟਸ ਮੈਨੇ ਮਤਲਬ ਕਿ ਥਾਵਾਂ ਜਿੱਥੋਂ ਅਵਸ਼ੇਸ਼ ਮਿਲੇ ਸਾਨੂੰ, ਜਿੱਥੋਂ ਮਤਲਬ ਕਿ ਕੋਈ ਵੀ ਅਵਸ਼ੇਸ਼ ਮੀਨਸ ਹੁੰਦਾ ਮਤਲਬ ਕਿ ਕੋਈ ਵੀ ਸਮਾਨ ਮਿਲ ਗਿਆ, ਕੋਈ ਭਾਂਡਾ ਮਿਲ ਗਿਆ, ਕੋਈ ਔਰਨਾਮੈਂਟ ਗਹਿਣੇ ਮਿਲ ਗਏ, ਹੈ ਨਾ, ਕੁਛ ਨਾ ਕੁਛ ਇਹੋ ਜਿਹਾ ਸਮਾਨ ਜਿੱਥੋਂ ਮਿਲਿਆ। ਅਤੇ ਉਹ ਸਾਈਟਸ ਮਤਲਬ ਕਿ ਉਹ ਥਾਵਾਂ ਕਿੰਨੀਆਂ ਲੱਭੀਆਂ ਗਈਆਂ ਨੇ, ਜਦ ਕਿ ਮਤਲਬ ਕਿ ਸਾਡੇ ਪੂਰੇ ਮਤਲਬ ਕਿ ਜਿੰਨੀਆਂ ਸਿੰਧੂ ਘਾਟੀ ਸੱਭਿਅਤਾ ਦੀਆਂ ਥਾਵਾਂ ਲੱਭੀਆਂ ਗਈਆਂ ਨਾ, 1400-1500 ਦੀ ਗਿਣਤੀ ਦੱਸਦੇ ਉਹਨਾਂ ਸਾਈਟਸ ਦੀ। ਠੀਕ ਹੈ, ਉਹਨਾਂ 'ਚੋਂ ਜਿਹੜੀ ਗੱਲ ਚੱਲਦੀ ਹੈ ਵੀ ਅਫਗਾਨਿਸਤਾਨ ਦੇ ਵਿੱਚ 2 ਨੇ, ਇੰਪੋਰਟੈਂਟ ਨਹੀਂ ਹੈਗਾ, ਕਿਸੇ ਵੀ ਪੇਪਰ 'ਚ ਪੁੱਛਿਆ ਨਹੀਂ ਗਿਆ। ਪਾਕਿਸਤਾਨ 'ਚ 475 ਮਿਲੀਆਂ ਨੇ, ਇੰਡੀਆ 'ਚ 925 ਸਾਈਟਸ ਮਿਲੀਆਂ ਨੇ। ਹੁਣ ਜੇ ਗੱਲ ਚੱਲਦੀ ਹੈ ਇੰਡੀਆ ਵਿੱਚ ਕਿੱਥੇ ਸਾਈਟਸ ਮਿਲੀਆਂ, ਜੰਮੂ ਐਂਡ ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ, UP, ਗੁਜਰਾਤ। ਇਹ ਮੈਂ ਤੁਹਾਨੂੰ ਦੱਸੂਗੀ ਇੱਥੋਂ ਕਿਹੜੇ ਅਵਸ਼ੇਸ਼ ਮਿਲੇ ਨੇ। ਠੀਕ ਹੈ, ਜਿਹੜੇ ਪੇਪਰ 'ਚ ਆਉਂਦੇ ਨੇ, ਇੰਪੋਰਟੈਂਟ ਨੇ, ਪਰ ਮਤਲਬ ਕਿ ਉਹ ਤੁਹਾਡਾ ਸਿਲੇਬਸ ਦਾ ਪਾਰਟ ਨਹੀਂ, ਬਟ ਫਿਰ ਵੀ ਮੈਂ ਤੁਹਾਨੂੰ ਦੱਸ ਕੇ ਜਾਊਂਗੀ, ਇੱਕ ਲਹਿਦਾ ਉਹਦਾ ਲੈਕਚਰ ਆਪਾਂ ਲਗਾਵਾਂਗੇ। ਠੀਕ ਹੈ, ਹੁਣ ਗੱਲ ਚੱਲਦੀ ਹੈ ਵੀ ਆਹ ਪਤਾ ਚੱਲ ਗਿਆ ਤੁਹਾਨੂੰ ਕਿੱਥੋਂ ਹੈ ਵੀ ਦੇਖੋ ਸਿੰਧੂ ਘਾਟੀ ਦੀ ਸੱਭਿਅਤਾ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਕਿਉਂ ਕਿਹਾ ਗਿਆ? ਕਿਉਂਕਿ ਉਹ ਸਿੰਧ ਨਦੀ ਦੇ ਉੱਤੇ ਪਨਪੀ, ਇਸ ਲਈ ਉਹਨੂੰ ਸਿੰਧੂ ਘਾਟੀ ਦੀ ਸੱਭਿਅਤਾ ਜਿਹੜਾ ਕਿਹਾ ਗਿਆ। ਦੇਖੋ ਇਹਨੂੰ ਸਰਸਵਤੀ ਦੀ ਸੱਭਿਅਤਾ ਵੀ ਕਿਹਾ ਗਿਆ। ਆਹ ਦੇਖੋ, ਆਹ ਸਿੰਧ ਨਦੀ ਆ, ਆਹ ਸਰਸਵਤੀ ਆ, ਆਹ ਗੰਗਾ ਸਰਸਵਤੀ ਤੇ ਸਿੰਧੂ ਮਾਤਾ, ਸਿੰਧੂ ਰਿਵਰ। ਦੇਖੋ ਜਿਹੜੇ ਇੱਥੇ ਇਹਦੇ ਆਹ ਸਾਈਟਸ ਮਿਲੀਆਂ, ਆਹ ਸਾਈਡ ਹੁਣ ਸਰਸਵਤੀ ਹੈ ਨਹੀਂ, ਠੀਕ ਹੈ, ਬਟ ਹਰਿਆਣਾ 'ਚ ਇਹਦੇ ਅਵਸ਼ੇਸ਼ ਮਿਲਦੇ ਆ ਹਲੇ ਵੀ। ਸਰਸਵਤੀ ਅਲੋਪ ਹੋ ਚੁੱਕੀ ਹੈ, ਗੰਗਾ ਦੇ ਆਲੇ ਦੁਆਲੇ ਇਹਦੇ ਅਵਸ਼ੇਸ਼ ਮਿਲੇ ਨੇ, ਹੈ ਨਾ, ਮਤਲਬ ਕਿ ਇਹਨੂੰ ਸਰਸਵਤੀ ਸੱਭਿਅਤਾ ਵੀ ਕਿਹਾ ਗਿਆ ਆ।
ਹਿਸਟੋਰੀਅਨਸ ਵੱਲੋਂ ਸਰਸਵਤੀ ਸੱਭਿਅਤਾ ਵੀ ਕਿਹਾ ਗਿਆ, ਬਟ ਸਭ ਤੋਂ ਜ਼ਿਆਦਾ ਅਵਸ਼ੇਸ਼ ਇਹਦੇ ਸਿੰਧ ਨਦੀ ਦੇ ਆਲੇ ਦੁਆਲੇ ਮਿਲੇ, ਇਸ ਕਰਕੇ ਇਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਕਿਹਾ ਗਿਆ। ਤੇ ਇਹਦਾ ਟਾਈਮ ਪੀਰੀਅਡ ਕਦੋਂ ਤੋਂ ਕਦੋਂ ਸੀ? 2500 BC ਤੋਂ ਲੈ ਕੇ 1750 BC, ਜਦ ਕਿ ਸਾਡੀ ਹਿਸਟਰੀ ਪਹਿਲਾਂ ਸਟਾਰਟ ਡਾਊਨ ਕਿੱਥੋਂ ਹੋਈ ਸੀ? 1500 BC ਤੋਂ। ਠੀਕ ਹੈ, 1500 BC ਰਿਗਵੇਦਿਕ ਕਾਲ ਤੋਂ ਸਾਡੀ ਹਿਸਟਰੀ ਆ ਜਿਹੜੀ ਸਟਾਰਟ ਡਾਊਨ ਹੋ ਗਈ ਸੀ। ਬਟ 1921 ਤੋਂ ਬਾਅਦ ਆਪਾਂ ਅੱਗੇ ਕਰਦੇ ਹਾਂ। 1921 ਤੋਂ ਬਾਅਦ ਜਦੋਂ ਖੋਜ ਹੋਈ ਆ ਸਿੰਧੂ ਘਾਟੀ ਸੱਭਿਅਤਾ ਦੀ, ਤਾਂ ਇਹਦਾ ਟਾਈਮ ਪੀਰੀਅਡ ਹੈ ਜਿਹੜਾ ਪਤਾ ਚੱਲਿਆ 4600 ਸਾਲ ਪਹਿਲਾਂ ਇੱਕ ਸੱਭਿਅਤਾ ਪਾਈ ਗਈ ਸੀਗੀ ਸਾਡੇ। ਠੀਕ ਹੈ, ਬੜੀ ਮਤਲਬ ਕਿ ਸਾਡੀ ਜਿਹੜੀ ਸੱਭਿਅਤਾ ਹੈ ਨਾ, ਦੇਖੋ ਬਹੁਤ ਜ਼ਿਆਦਾ ਕਹਿ ਲਓ ਵੀ ਡਿਵੈਲਪਡ ਸੀਗੀ, ਬਹੁਤ ਜ਼ਿਆਦਾ ਵਿਕਸਿਤ ਸੱਭਿਅਤਾ ਸੀ ਸਾਡੀ, ਹੈ ਨਾ। ਦੇਖੋ ਜਿਹੜੀ ਮਿਸਰ ਦੀ ਸੱਭਿਅਤਾ ਸੀ ਨਾ, ਉਹਦੇ 'ਚ ਉਹ ਕੱਚੀਆਂ ਇੱਟਾਂ ਦੇ ਘਰ ਬਣਾਉਂਦੇ ਸੀ। ਸਾਡੀ ਸੱਭਿਅਤਾ ਦੇਖੋ, ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਹੈ। ਸਾਡੇ ਇੰਡੀਆ 'ਚ ਇੱਕ ਐਸੀ ਸੱਭਿਅਤਾ ਪਨਪੀ ਜਿਹੜੇ ਪੱਕੀਆਂ ਇੱਟਾਂ ਦੇ ਘਰ ਜਿਵੇਂ ਅੱਜ ਬਣਦੇ ਨੇ, ਉਹ ਪਤਾ ਮਿਸਰ ਵਾਲੇ ਕੀ ਕਰਦੇ ਸੀ? ਇੱਟਾਂ ਬਣਾਉਂਦੇ ਸੀ ਮਿੱਟੀ ਦੀਆਂ, ਅਤੇ ਉਹ ਧੁੱਪ 'ਚ ਹੀ ਸੁਕਾਉਂਦੇ ਸੀ, ਫਿਰ ਉਹਦਾ ਘਰ ਬਣਾਉਂਦੇ ਸੀ। ਬਟ ਦੇਖੋ ਇਹ ਇੱਟਾਂ ਨੂੰ ਪਕਾ ਕੇ ਫਿਰ ਉਹਦਾ ਘਰ ਬਣਾਉਂਦੇ ਸੀ, ਹੈ ਨਾ। ਅਤੇ ਆਪਾਂ ਅੱਗੇ ਚੱਲਦੇ ਹਾਂ। ਇੰਨੀ ਗੱਲ ਸਮਝ ਆਈ? ਠੀਕ ਹੈ, ਵੀ ਸਿੰਧੂ ਘਾਟੀ ਦੀ ਸੱਭਿਅਤਾ ਕੀ ਸੀ। ਓਕੇ, ਅਤੇ ਕਿੱਥੋਂ ਤੋਂ ਕਿੱਥੇ ਸੀ? ਨੌਰਥ ਤੋਂ ਮਾਂਡਾ ਤੋਂ ਲੈ ਕੇ ਸਾਊਥ ਦੈਮਾਬਾਦ ਮਹਾਰਾਸ਼ਟਰਾ, ਵੈਸਟ ਬਲੋਚਿਸਤਾਨ ਤੋਂ ਲੈ ਕੇ ਈਸਟ ਆਲਮਗੀਰ ਤੱਕ। ਠੀਕ ਹੈ, ਅਤੇ ਆਹ 3 ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਸਿੰਧੂ ਘਾਟੀ ਸੱਭਿਅਤਾ ਪਾਈ ਗਈ। ਜੇ ਤੁਹਾਨੂੰ ਕੋਈ ਪੁੱਛ ਲੇ ਕਿਹੜੀਆਂ ਸੀ ਉਹ 3 ਕੰਟਰੀਆਂ? ਅਫਗਾਨਿਸਤਾਨ, ਪਾਕਿਸਤਾਨ ਐਂਡ ਇੰਡੀਆ। ਠੀਕ ਹੈ, ਇੰਡੀਆ 'ਚ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਇਹ ਪਾਈ ਗਈ ਆ? ਠੀਕ ਹੈ, ਜੰਮੂ ਐਂਡ ਕਸ਼ਮੀਰ, ਪੰਜਾਬ। ਠੀਕ ਹੈ, ਸਟੇਟਸ ਕਿਹੜੇ ਕਿਹੜੇ ਸੀ? ਹਰਿਆਣਾ, ਰਾਜਸਥਾਨ, ਯੂਪੀ ਐਂਡ ਗੁਜਰਾਤ। ਹੁਣ ਅੱਗੇ ਚੱਲਦੇ ਹਾਂ। ਅੱਗੇ ਬਹੁਤ ਇੰਟਰਸਟਿੰਗ ਹੈ, ਮਤਲਬ ਕਿ ਆ ਜਾਓ ਇੱਕ ਤੁਹਾਨੂੰ ਅਲੱਗ ਜਿਹੀ ਦੁਨੀਆ 'ਚ ਲੈ ਚੱਲੀਏ, ਵੀ ਜਿੱਥੇ ਮਤਲਬ ਕਿ ਪਤਾ ਚੱਲਦਾ ਹੈ ਕਿ ਵਾਕਈ ਸਾਡੇ ਤੋਂ ਜਿਹੜੀ ਪਹਿਲੀ ਸੱਭਿਅਤਾ ਸੀ ਉਹ ਲੋਕ ਸੱਚੀ 'ਚ ਬਹੁਤ ਵਿਕਸਿਤ ਸੀ। ਦੇਖੋ ਹੁਣ ਮੋਦੀ ਜੀ ਬਾਰ-ਬਾਰ ਸਾਨੂੰ ਕਹਿ ਰਹੇ ਨੇ, ਹੈ ਨਾ, ਸ਼ੌਚਾਲਿਆ ਬਣਾਓ, ਹੈ ਨਾ, ਸਵੱਛ ਭਾਰਤ ਅਭਿਆਨ, ਹੈ ਨਾ, ਵੀ ਇਹ ਸਭ ਚੀਜ਼ਾਂ ਚੱਲ ਰਹੀਆਂ ਨੇ। ਦੇਖੋ ਸਾਨੂੰ ਸਫਾਈ 'ਤੇ ਜ਼ੋਰ ਦੇਣ ਨੂੰ ਕਹਿ ਰਹੇ ਨੇ, ਬਟ ਨਹੀਂ ਦੇ ਰਹੇ ਅਸੀਂ, ਹੈ ਨਾ। ਦੇਖੋ ਵੀ ਸਫਾਈ ਤੋਂ ਯਾਦ ਆਇਆ, ਹੁਣ ਕਰੋਨਾ ਦੀ ਮਾਰ ਕਿੰਨੀ ਚੱਲ ਰਹੀ ਹੈ, ਉਹਦੇ 'ਚ ਵੀ ਡਾਕਟਰਸ ਇਹੀ ਰਿਕਮੈਂਡ ਕਰ ਰਹੇ ਨੇ ਸਾਨੂੰ ਕਿ ਸਫਾਈ ਰੱਖੋ। ਜੇ ਸਫਾਈ ਨਹੀਂ ਰੱਖ ਸਕਦੇ ਤੇ ਮਤਲਬ ਕਿ ਅਸੀਂ ਬਿਮਾਰ ਹੋਣ ਦਾ ਖਦਸ਼ਾ ਹੈ। ਦੇਖੋ ਮੈਂ ਤੁਹਾਨੂੰ ਇੱਕ ਹਿਸਟਰੀ ਦੱਸਦੀ, ਦੇਖੋ ਕਰੋਨਾ ਦੀ ਹਿਸਟਰੀ ਅਸੀਂ ਲੱਭ ਰਹੇ ਹੁੰਦੇ ਹਾਂ, ਹੈ ਨਾ, ਵੀ ਕਿਹੜਾ ਬੰਦਾ ਕਿਹਦੇ ਸੰਪਰਕ 'ਚ ਆਇਆ, ਕਿਵੇਂ ਆਇਆ, ਹੈ ਨਾ। ਕਹਿੰਦੇ 1981 ਦੇ ਵਿੱਚ ਨਾ USA ਕੈਲੀਫੋਰਨੀਆ ਦੇ ਵਿੱਚ HIV ਏਡਸ ਦਾ ਬੰਦਾ ਇੱਕ ਲੱਭਿਆ, ਠੀਕ ਹੈ। ਏਡਸ ਅੱਜ ਤੱਕ ਇਹਦੀ ਦਵਾਈ ਨਹੀਂ ਆਈ, ਕੋਈ ਮੈਡੀਸਨ ਨਹੀਂ ਆਈ, ਇਹਦੀ ਵੈਕਸੀਨ ਕੋਈ ਆਈ ਹੋਈ ਨਹੀਂ ਹਲੇ ਤੱਕ ਇਹਦੀ, ਹੈ ਨਾ। ਇਹ 'ਤੇ ਰਿਸਰਚ ਚੱਲ ਰਹੀ ਹੈ। ਕਹਿੰਦੇ ਕੈਲੀਫੋਰਨੀਆ ਤੋਂ 1981 ਦੇ ਵਿੱਚ ਇੱਕ ਬੰਦਾ ਲੱਭਿਆ। ਜਦੋਂ ਉਹਦੀ ਹਿਸਟਰੀ ਫਰੋਲੀ ਗਈ ਹੈ, ਕਿੱਥੋਂ ਆਇਆ, ਕਿਹਦੇ ਸੰਪਰਕ 'ਚ ਆਇਆ, ਕਿਵੇਂ ਆਇਆ, ਕੀ ਹੋਇਆ, ਹੈ ਨਾ, ਬਾਅਦ 'ਚੋਂ ਪਤਾ ਚੱਲਿਆ ਇਹ ਸਾਊਥ ਅਫਰੀਕਾ ਦੇ ਵਿੱਚ ਯੂਗਾਂਡਾ ਅਤੇ ਦੂਜਾ ਹੈਗਾ ਸਾਊਥ ਅਫਰੀਕਾ। ਠੀਕ ਹੈ, ਯੂਗਾਂਡਾ ਤੋਂ ਮਤਲਬ ਕਿ ਇਹ ਬਿਮਾਰੀ ਫੈਲੀ ਸੀ ਯੂਗਾਂਡਾ ਤੋਂ। ਠੀਕ ਹੈ, ਅਫਰੀਕਾ ਦੇ 2 ਨੇ, ਇੱਕ ਯੂਗਾਂਡਾ, ਇੱਕ ਸਾਊਥ ਅਫਰੀਕਾ। ਦੇਖੋ ਜੇ ਗੱਲ ਚੱਲਦੇ ਨਾ, ਪੁਰਾਣਾ ਜਿਹੜਾ ਹਿਊਮਨ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਸਾਡੀ ਉਤਪੱਤੀ ਕਿੱਥੋਂ ਹੋਈ ਹਿਊਮਨ ਦੀ? ਅਫਰੀਕਾ ਤੋਂ ਮਾਈਗ੍ਰੇਟ ਹੋ ਕੇ ਆਇਆ ਸਾਡਾ ਹਿਊਮਨ। ਠੀਕ ਹੈ, ਜਿਵੇਂ ਚਿੰਪੈਂਜੀ ਦੀ ਔਲਾਦਾਂ ਸੀ, ਗੋਰੀਲਾ ਦੀ ਔਲਾਦਾਂ ਸੀ, ਹੈ ਨਾ। ਗਿੱਬਨ ਜਿਹੜਾ ਆ ਸਾਡਾ ਸਭ ਤੋਂ ਬੁੱਧੀਮਾਨ ਜਿਹੜਾ ਮੰਨਿਆ ਗਿਆ ਹਿਊਮਨ ਮੰਨਿਆ ਗਿਆ, ਹੈ ਨਾ। ਹੁਣ ਯੂਗਾਂਡਾ ਜਿਹੜਾ ਆ ਇੱਥੋਂ HIV ਫੈਲੀ, ਅਤੇ ਪਹਿਲਾ ਮਨੁੱਖੀ ਕੰਕਾਲ ਹੈ ਜਿਹੜਾ ਉਹ ਕਿੱਥੋਂ ਮਿਲਿਆ ਸੀ? ਸਾਊਥ ਅਫਰੀਕਾ ਤੋਂ ਕੰਕਾਲ ਮਿਲਿਆ ਸੀ ਉਹ ਵਾਲਾ। ਠੀਕ ਹੈ, ਹੁਣ ਜੇ ਗੱਲ ਚੱਲਦੀ ਹੈ ਸਾਡੇ, ਦੇਖੋ ਵਿਸ਼ਵ ਦੇ ਵਿੱਚ 5 ਮਹਾਂਦੀਪ ਨੇ, ਹੈ ਨਾ, 5 ਕੰਟੀਨੈਂਟਲ ਨੇ। ਠੀਕ ਹੈ, ਆ ਦੇਖੋ ਓਲੰਪਿਕਸ ਦੇ ਵਿੱਚ ਨਾ ਇਹ 5 ਮਹਾਂਦੀਪ ਵਰਕਆਊਟ ਕਰਦੇ ਨੇ। ਓਕੇ, ਹੁਣ ਜੇ ਮੈਂ ਤੈਨੂੰ ਸੌਖੇ ਤਰੀਕੇ ਨਾਲ ਸਮਝਾਉਂਦੀ ਹਾਂ, ਹੁਣ ਇਹ ਤੁਹਾਨੂੰ ਪਤਾ ਚੱਲ ਗਿਆ, ਮੈਂ ਇੱਕ ਹਿਸਟਰੀ ਦੱਸੀ ਹੈ। ਦੇਖੋ ਜਿਵੇਂ HIV ਦੀ ਹਿਸਟਰੀ ਕਿੱਥੋਂ ਪਤਾ ਚੱਲੀ ਸੀ? ਵੀ ਅਫਰੀਕਾ ਤੋਂ, ਜਦ ਕਿ ਕੇਸ ਕਿੱਥੋਂ ਲੱਭਿਆ? USA ਤੋਂ। ਇਸੇ ਤਰੀਕੇ ਨਾਲ ਕਰੋਨਾ ਆ, ਹੈ ਨਾ, ਕਰੋਨਾ ਦੀ ਹਿਸਟਰੀ ਅਸੀਂ ਫਰੋਲੀ ਕਰੀ ਜਾਂਦੇ ਹਾਂ। ਦਵਾਈ ਇਹਦੀ ਵੀ ਨਹੀਂ ਲੱਭੀ, ਦਵਾਈ ਹਲੇ ਕਰੋਨਾ ਦੀ ਵੀ ਨਹੀਂ ਲੱਭ ਰਹੀ ਹੈਗੀ, ਹੈ ਨਾ। ਬਟ ਉਹ ਫਸਟ ਹਿਊਮਨ ਕਿੱਥੋਂ ਮਿਲਿਆ ਸੀ? ਯੂਗਾਂਡਾ ਤੋਂ। ਓਲੰਪਿਕਸ ਦੇ ਵਿੱਚ ਸਾਊਥ ਅਫਰੀਕਾ ਜਿਹੜਾ ਸੀਗਾ, ਬਾਅਦ 'ਚ ਉੱਥੇ ਓਲੰਪਿਕਸ ਹੋਣੇ ਕੈਂਸਲ ਕਰਤੇ ਸੀ। ਓਲੰਪਿਕਸ ਦੇ ਵਿੱਚ ਦੇਖੋ ਇਹ 5 ਗੋਲੇ ਹੁੰਦੇ ਨੇ, 5 ਮਹਾਂਦੀਪ ਨੇ
ये 5 महाद्वीप ने, ठीक है। जिवें तुहानूं सौखे तरीके नाल दसदी हां, देखो ग्लोब है, ग्लोब है, ग्लोब दे विच देखो ये एशिया, एशिया दे नीचे की है आस्ट्रेलिया, ओके। इत्थे की है यूरोप, सॉरी इत्थे की है यूरोप, यूरोप के नीचे की है अफ्रीका, ओके। इत्थे की है नॉर्थ अमेरिका, दैन साउथ अमेरिका, ओके, ठीक है। हुण जिहड़े मैं तुहानूं 5 गोले दस्से ने, जिहड़े मैं तुहानूं 5 गोले दस्से सीगे महाद्वीप, है ना, महाद्वीप मैं दस्से सी तुहानूं 5 महाद्वीप ने साडे विश्व दे। ओलंपिक्स दे विच आ 5 गोले वाए हुंदे ने, वो काहदा आ, देखो जिहड़ा एशिया दा कलर आ वो किहड़ा येलो, आस्ट्रेलिया दा ग्रीन, आ कलर्स ने इन्हां दे गोलियां दे, ठीक है, ग्रीन। अफ्रीका दा की आ ब्लैक, यूरोप दा ब्लू, अमेरिका दा रैड, ठीक है। हुण इनू ब्लैक कॉन्टीनैंटल कहंदे ने क्योंकि पछड़िया होया साउथ अफ्रीका। इत्थे अज भी लोग ना मुकुट जा पा के, है ना, होर ही तरह के कपड़े पा के फिरदे आ, ठीक है। इसलिए मतलब कि जदों इत्थों बीमारी इजाद हुई, इत्थे ओलंपिक्स ने जिहड़े बंद कर दिते गए, ओलंपिक्स की मतलब कि गल ही बंद कर दी गई है ना। हुण जे मैं गल करदी हाँ इन्नी चीज़ समझ आई, ये मैं वैसे तुहानूं दसता क्योंकि मेरे दिमाग 'च करोना आ गया सीगा ते मैनूं ऐसी ये थोड़ी जी नॉलेज तुहाडे नाल मैं शेयर करदा। चलो अगे गल चलदी है। देखो मैं तुहानूं दस्सिया सी अपना पुराना ह्यूमन किहड़ा सीगा, होमो इरेक्टस, जिहदी रीढ़ की हड्डी कामयाब सी। वो कित्थों माइग्रेट होके आया से, साउथ अफ्रीका, इथोपिया तो माइग्रेट होके आया सी, है ना। तो बाद चों उन्हें देखो अग बालनी सीखी। ह्यूमन जूं जूं मतलब कि उन्होंने सोझी आती गई, वो तरक्की करता गया। चलो बैक टू अपने सिंधु घाटी सभ्यता। सिंधु घाटी की सभ्यता सिंध नदी ते पनपी सी। सिंध नदी का भी पास्ट आ। जो पर्शियन आए उन्होंने पूछया पुरोहित नूं भी ये किहड़ी नदी आ, उन्होंने कहा भी सिंधु, सिंधु नूं लैंगुएज प्रॉब्लम, वो हिंदू हिंदू कहन लग गए। ग्रीस वाले आए, हिंदू नूं इंडो इंडो कहन लगे। ब्रिटिशर्स आए, उन्होंने इंडो तो इंडिया बना दिता। मैं क्या ये 3 देशों के विच पनपी यह सभ्यता, 3 देशों के विच इहदे अवशेष मिले, अफगानिस्तान, पाकिस्तान एंड इंडिया, ठीक है। तो उस तो बाद इस जिहड़ा नॉर्थ तो मांडा जम्मू कश्मीर तो लैके साउथ दैमाबाद तक ये फैली हुई है, महाराष्ट्र तक, वैस्ट बलोचिस्तान सुतका गंडोर तो लैके ये जिहड़ी आ मेरठ मतलब कि आलमगीर यूपी तक फैली हुई आ। हुण ये सभ्यता के नाम किहड़े किहड़े सीगे असी जान लिया, कित्थों तो कित्थों तक फैली सी। असी जान लिया ये 3 कंट्रीज़ दे किहड़ियां किहड़ियां सी। असी हुण जानना है इस सभ्यता के नाम की सीगे। देखो इनू शहरी सभ्यता कहा जाता सी, ठीक है, शहरी सभ्यता कहा जाता सी, हड़प्पा सभ्यता कहा जाता सी, कांसी की सभ्यता कहा जाता सी। हुण कांसी तुसी कहोगे, कांसी देखो मनुख ने सब तो पहला जिहड़ा धातु इजाद किया सी, जां धातु की नॉलेज आई सी, वो किहड़ा धातु सी। आ देखो सौखे तरीके नाल मैं दसदी हां। आ की आ तांबा, एक ही है टिन, ठीक है। तांबा ह्यूमन ने पहला धातु जिहड़ा उन्होंने नॉलेज आई सी, वो किसी तांबा, ठीक है। तांबे दे विच टिन मिला के सिंधु घाटी सभ्यता ने एक मतलब कि धातु बनाया जिन्हों कहा कांसी, कांसी, ठीक है। इनू कांसी का युग भी कहा जाता है, कांसी की सभ्यता भी कहा जाता है, ठीक है। हुण जे गल चलदी है सिंधु घाटी सभ्यता के 6 प्रमुख शहर किहड़े सी। मोहनजोदड़ो फर्स्ट, दूजा हड़प्पा, तीजा धोलावीरा, ठीक है, ये पैंदा है गुजरात दे विच। फिर कालीबंगन राजस्थान दे विच, राखीगढ़ी हरियाणा दे विच, गनवाड़ीवाल पाकिस्तान दे विच। हुण मोहनजोदड़ो है जिहड़ा, मोहनजोदाड़ो, हड़प्पा, हड़प्पा ते गनवाड़ीवाल, ये तीनों हैगे ने पाकिस्तान च। प्रमुख शहर कई बार ना तुहानूं पेपर दे विच पुछ लिया जाता है, उत्थे दियां प्रमुख सिटीज़ किहड़ियां किहड़ियां सीगियां, ठीक है। ये 3 सीगियां, एक सी कालीबंगन, ये पैंदा राजस्थान दे विच, 4 हो गए। एक हो गया ढोलावेरा, ये हो गया गुजरात, ये हो गया गुजरात दे विच। एक हैगा हरियाणा दे विच है राखी
गढ़ी, राखी गढ़ी। साइट्स मिल रही ने, काफ़ी कुछ मिल रहा है, खुदाई हो रही है, दिन प्रति दिन कुछ ना कुछ इत्थों प्राप्त हो ही जाता है ना। हुण आपां कहने आ भी, असीं कहने आ भी ये जिहड़ियां चीज़ां ने मतलब कि सानूं पता चल गया। उत्थे दे प्रमुख शहर किहड़े सी? फर्स्ट मोहनजोदाड़ो, दूजा सी हड़प्पा, तीजा सी गनवाड़ी वाल। ये सारे कित्थे ने? पाकिस्तान 'च, तीन दे तीन। ये कालीबंगन कित्थे है? राजस्थान दे विच। ढोलावीरा कित्थे है? गुजरात दे विच। मतलब कि राखीगढ़ी कित्थे आ? हरियाणा दे विच। ये तीन प्रमुख शहर ने। मैं तुहानूं कहा सी सिंधु घाटी की सभ्यता नूं कांसी सभ्यता भी कहा जाता है। पहला मनुख ने जिहड़ा धातु इजाद किया सी, लभ्या सी, वो किहड़ा सी? तांबा, जिहदी जानकारी सी मनुख नूं पहली बार पहले धातु की, उहदे च उहने टिन मिलाया इजिकल टू कांसी। ये बनया कांसी का युग। ठीक है, हुण आपां अगे चलदे आ भी अपनी इस तो भी यदी मतलब कि खोज किवें होई। साडा अज दा टॉपिक इन्ना ही सी कि मतलब कि किहड़े किहड़े देश दे विच इहदी सभ्यता सानूं फाउंड होई आ। दूजे नंबर ते राजे भी ये कित्थों तो कित्थों तक फैली हुई आ सभ्यता। ठीक है, तो एक प्रमुख शहर किहड़े सी इहदे, ते दूजे नंबर ते इहदी खोज किवें हुई आ। हुण आ जाओ असल मुद्दा की है, इहदी खोज कदों होई, इनू कदों पता चलिया सानू कि साडे कोले एक सिंधु घाटी सभ्यता आ जिहड़ी वो काफ़ी साल पुरानी, 4,600 साल पुरानी सभ्यता जिहड़ी है, जिहदा टाइम पीरियड की आ 2500 BC तो लैके 1750 BC। ठीक है, हुण जे असीं गल करदे हां इहदा पास्ट देखीए, सानू पता किवें चलिया भी ये सिंधु घाटी की सभ्यता। देखो कहंदे ने भी जिहड़ा चंडीगढ़ का सैक्टर 17 आ, उहदे नीचे मतलब कि कब्रिस्तान है इन्हां दा, सिंधु घाटी सभ्यता का कब्रिस्तान पाया गया है। ठीक है, तो देखो हुण कित्थों कित्थों तक ये सभ्यता जिहड़ी है फैली हुई सी। 1826 की गल चलदी है। बंदा सी एक चार्लस मैनसन, चार्लस मैनसन सीगा। देखो ये देखदा सीगा उत्थे, अंग्रेज़ सी ये, जो रेलवे ट्रैक्स विछाए आया, मतलब कि देखिया इन्हें एक हड़प्पा का टिल्ला, उत्थों लोग इट्टां लैके आउंदे ने, है ना, पता नहीं कित्थों कड्ढी लिआंदे ने इट्टां, मतलब कि इसने देखिया कि वो इट्टां कड्ढ के लिया रहे ने, बट गल गोली नहीं, उत्थे ही ठप्प हो गई। अंग्रेज़ आया चार्लस मैनसन, ठीक है, मतलब कि गल उत्थे ठप्प हो गई, गल चली नहीं। फिर गल चलदी है 1853 तो 56, जो मतलब कि रेलवे लॉर्ड डलहौजी ने रेलवे ट्रैक्स विछा रहा, वो कराची लाहौर तो लैके लाहौर तक रेलवे ट्रैक, रेलवे पटड़ी, ठीक है, रेलवे ट्रैक्स विछरे ने। हुण देखो कहते रेलवे दे जो ट्रैक्स विछदे ना, वो मतलब कि साइडां दे विच इट्टां कुट कुट के पाणियां हुंदियां ने, है ना, ते उदों जिहड़े मतलब कि ट्रैक्स ये विछा रहे सी, ये दो भरा सीगे, जॉन ब्रेंटन ते विलियम ब्रेंटन। ये दो भरा सीगे, इन्हां नूं काम सौंपिया गया सीगा कि तुसी मतलब कि जिहड़ी कराची तो लैके लाहौर तक रेलवे ट्रैक विछ रही है, उहदे विच मतलब कि पटड़ी का काम है जिहड़ा तुसी करना है। हुण इट्टां की कमी आ गई, जदों इट्टां की कमी आ गई, इन्होंने कहा चलो जी काम बंद कर देने। हुण मजदूरां नूं टेंशन पै गई भी जे काम बंद कर देणगे तो साडी रोजी रोटी किवें चलेगी, है ना, मजदूरी किवें चलेगी साडी। ते उन्होंने की कीता, इन्हां नूं दोहां भरावां नूं कहा, जॉन ब्रेंटन ते विलियम ब्रेंटन नूं, भी भाई असीं जे इट्टां दा इंतजाम कर दईए कि तुसी मतलब कि काम दोबारा चालू कर दोगे। इन्हां दोहां भरावां ने कहा ठीक है जी। जदों इट्टां लैके आए, है ना, मजदूर उत्थे ही गए, हड़प्पा के टिल्ले ते गए, उत्थों इट्टां पट्टियां, इट्टां पट्ट के लिआंदियां। जदों इट्टां देखिया गई वो इस शेप च सी, एल शेप एवें, यू शेप एवें दी सी। जदों देखिया गया तो बहुत पुरातन इट्टां ने, मतलब कि जदों इन्हां नूं ध्यान नाल देखिया गया तो इन्हां नूं पुरातत्व विभाग आर्कोलॉजिकल डिपार्टमेंट दे विच भेजिया गया, किहदे अंडर, उस वेले अलैगजेंडर कनिंगम। आर्कोलॉजिकल डिपार्टमेंट के फादर कौन है, जो तुहानूं कोई पुछ ले, अलैगजेंडर कनिंगम। इन्हां दे अंडर भेजिया गया, कनिंगम दे अंडर भेजिया गया, ठीक है, भी इन्हां इट्टां नूं जो पता चलिया ये तो काफ़ी सदियां पुरानियां इट्टां ने। अलैगजेंडर कनिंगम ने अपने दो बंदियां की ड्यूटी लाई,
ਆਪਣੇ 2 ਬੰਦਿਆਂ ਦੀ ਡਿਊਟੀ ਲਾਈ कि वाकई ये कोई सभ्यता है जिहड़ी धरती दे हेठां कोई दबी हुई सभ्यता है, इनू मतलब कि खोज खुदाई करो ताकि पता चले, क्योंकि ये जिहड़ियां सभ्यतावां लभण दा काम है जां खोज खुजाई करके कुछ भी थल्लों कुछ लभदा आ साडी धरती तो वो काम किहदा आ, पुरातत्व विभाग दा, पुरातत्व विभाग दा काम है वो। ठीक है, हुण अलैगजेंडर कनिंघम ने 2 बंदे ले, ठीक है 2 बंदे ले, वो 2 बंदे किहड़े सी? फस्ट 1921 दे विच दयाराम सानी ने काहदी खोज की? हड़प्पा की खोज की, जिहड़ा कि रावी रिवर दे उत्ते सी। हड़प्पा की खोज की जिहड़ा कि रावी रिवर दे उत्ते सी, जिहदियां साइड्स रावी रिवर दे लैफ्ट साइड तो ही मिलियां। ठीक है, फिर दूजा बंदा 1922 दे विच राखलदास बैनर्जी, इस बंदे ने किहदी खोज की? मोहनजोदाड़ो दी। ठीक है, ये जिहड़ा है कित्थे सी मोहनजोदाड़ो? सिंध नदी दे उत्ते, सिंधु नदी दे उत्ते है, जिहड़ा सिंधु रिवर दे उत्ते। ये कित्थों लभ्या, मतलब कि इहदे ज़्यादातर साइड्स कित्थों मिलियां? इहदी राइट साइड तो। ठीक है, इहदी राइट साइड तो मिलियां ने। ठीक है, मोहनजोदाड़ो जिहड़ा आ वो सिंधु रिवर दे उत्ते पाया गया, हड़प्पा जिहड़ा शहर है वो रावी रिवर दे उत्ते पाया गया। ये खोज हुई है इन्हां दी। ठीक है, इन्हां ने दस्सिया उस टाइम कि मतलब कि आ 2 सानू शहर मिले ने ते मोहनजोदाड़ो नूं मुर्दियां दा टिल्ला भी कहा गया सीगा। ठीक है, मुर्दियां दा टिल्ला भी कहा जांदा है। हुण देखो आ चीज़ां ने अज दा जिहड़ा चैप्टर है सिर्फ इत्थे तक ही मैं करवाउणा सी, क्योंकि तुसी हरेक गल है जिहड़ी वो याद रख लो। हुण अज आपां 3-4 चीज़ां कीतियां ने। सब तो पहलां असीं कीता कि ये सभ्यता जिहड़ी सिंधु घाटी दी सभ्यता नूं सिंधु घाटी दी सभ्यता क्यों कहा जाता है? क्योंकि ये सिंध नदी के उत्ते पनपी सी। सिंध नदी के उत्ते जदों भी मनुख मतलब कि कोई सभ्यता किते भी पनपदी है पानी के लागे चागे ही पनपदी है। ठीक है, फिर मैं सिंध नदी का इतिहास भी दसिया। ठीक है, साडे भारत के 3 नाम क्यों पे ने मैं ये दसिया। फिर मैं दसन की कोशिश की कि जिहड़ी ये सभ्यता है किहड़ियां 3 कंट्रीज़ दे विच, अफगानिस्तान, पाकिस्तान एंड इंडिया। ठीक है, फिर उस तो बाद मैं तुहानूं दस्सिया नॉर्थ मांडा जम्मू कश्मीर तो लैके साउथ दैमाबाद महाराष्ट्र तक फैली हुई है ये सभ्यता, ते वैस्ट बलोचिस्तान सुतका गंडोर तो लैके ये जिहड़ी आ आलमगीर मेरठ यूपी तक फैली हुई है सभ्यता। मैं तुहानूं दस्सिया इहदे 6 प्रमुख शहर मोहनजोदाड़ो, हड़प्पा, धोलावीरा, राखीगढ़ी। ठीक है, राखीगढ़ी, कालीबंगन एंड गणवाड़ी वाला। ठीक है, जिहड़ा कि पाकिस्तान दे विच ही है। फिर मैं तुहानूं दस्सिया कि 1826 ਦੇ ਵਿੱਚ ਚਾਰਲਸ ਮੈਨसन ने देखा कि हड़प्पा का एक टिला है उत्थों लोग ਇੱਟਾਂ ਚੱਕ के लिया रहे हैं। ठीक है, अपने घर बना लेंगे ने, गल ठप हो गई। 1853-56 ਦੇ ਵਿੱਚ ਜਦੋਂ जॉन ब्रैंटन ਤੇ विलियम ब्रैंटन रेल की पटड़ी विछा रहे हैं। ठीक है, रेलों की पटड़ी रेल मार्ग रेल ट्रैक्स विछ रहे हैं। ठीक है, कराची तो लाहौर तक का रेल ट्रैक विछना सी। उदों मतलब कि पता चलिया जदों मजदूरां ने ਇੱਟਾਂ लियांदियां, पता चलिया कि साडे हेठां एक बड़ी मतलब कि डूंगी सभ्यता आ भी धरती दे हेठा एक सभ्यता दबी हुई है, जिन्हों पुरातत्व विभाग के जो इट्टां पहुँचाई गई। अलैगजेंडर कनिंघम जिहड़ा कि आर्कोलॉजिकल डिपार्टमेंट का फादर सी, उन्हें दस्सिया कि धरती के हेठा एक सभ्यता है जिन्हों फाउंड करना चाहिए। उन्होंने 2 लोग भेजे। दयाराम सानी ने 1921 दे विच हड़प्पा फाउंड किया। ठीक है, रावी नदी के कंढे ते सीगा, ते 1922 दे विच राखलदास बैनर्जी ने मोहनजोदाड़ो जिहड़ा आ फाउंड किया। हुण मैं अगों दसूँगी तुहानूं भी इहदियां साइट्स किहड़ियां सीगियां। ठीक है, साइट्स तो किहड़े अवशेष मिले ने, ताकि असीं वो भी कई बार ना टैसट दे विच आ जांदा हुंदा, सिलेबस दे विच नहीं आना। सिलेबस दे विच तुहानूं सिर्फ 2 ही पार्ट आउणे आ, एक इहदा डाउनफॉल एंड इहदी टाउन प्लैनिंग नगर योजना। ठीक है, बट मैं फिर भी तुहानूं इहदियां साइट्स तो किहड़े अवशेष मिले ने वो ज़रूर करवाऊँगी। ठीक है, थैंक यू राजे।